तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। तुमरे गुण क्या कहाँ मेरे सतगुरा। जब गुर बोले हैं तब विषम होए जाए। हम जैसे अपराधी अवर कोई राखे। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। परम सन्मान योग जुगो जुग अटल धन धन गुरु ग्रंथ साहिब महाराज पातशाह जी की हजूरी अंदर धन गुरु तेग बहादुर महाराज पातशाह जी के 400 साला प्रकाश गुरपुरब नूं समर्पित सिख चैनल के माध्यम के राही सतगुर महाराज जी के पावन जीवन की विचार आप जी सरवण कर रहे हो। पिछले दीवान दे विच आप जी ने सरवण किया सी कि सतगुरु गुरु रामदास महाराज जी ने अमृतसर की पावन नगरी नूं वसाउणा कीता। गुरु अर्जन देव महाराज पातशाह जी ने अमृत सरोवर के अंदर हरमंदर की रचना कराई। सतगुरु महाराज पातशाह जी ने निज रिहाइश के वास्ते स्थान गुरु का महल बनाया। 4 पातशाहियाँ गुरु रामदास महाराज, गुरु अर्जन देव महाराज जी, धन गुरु हरगोबिंद साहिब महाराज ते सन 1621 नूं 1 अप्रैल वाले दिन 9वें पातशाह जी ने इस अस्थान ते अवतार धारण किया, इत्थे निवास करना किया। सतगुरु महाराज पातशाह जी नूं अमृत वेले मेवड़े वालों सुनिया मिलिया कि सतगुरु महाराज घर दे विच औलाद पुत्र ने जन्म लिया। सतगुरु महाराज जी ने जिस वेले जा कर के देखा तो दर्शन करन तो बाद शीश झुकाया। बाबा बिधि चंद साहब जी ने सवाल पूछे सी कि शीश झुकाउण दा की कारण। आप जी ने कल ये बिरतांत जिहड़ा सी इतिहास सरवण किया है। सतगुरु सच्चे पातशाह महाराज जी ने जो उस वेले कृपा की कहा कि ये बालक धर्म रक्षक है और हाथ विच लैन ते बाद विच सतगुरु गुरु हरगोबिंद साहिब महाराज जी ने ये अरदास की सी कि धन गुरु नानक देव महाराज ये धर्म का रक्षक बन के ये बालक संसार दे विच आया है। आप कृपा करियो सतगुरु महाराज इनू अड़ खलोण की ताकत बख्शियो। इतिहासकार दे एक बचन हैं, वो कहता है कि तेग बहादुर
ਚਾਦਰ ਹਿੰਦ ਦਨਿੰਦ ਮਿਨਿੰਦ ਭਏ ਅਵਤਾਰਾ। ਕਿ ਹੇ ਗੁਰੂ ਤੇਗ ਬਹਾਦਰ ਮਹਾਰਾਜ, ਆਪ ਸੰਸਾਰ ਦੇ ਵਿੱਚ ਐਸੀ ਪ੍ਰਕਾਸ਼ ਦੀ ਚਾਦਰ ਬਣ ਕਰਕੇ ਆਏ ਹੋ ਕਿ ਜਿਸ ਚਾਦਰ ਨੇ ਇਸ ਸੰਸਾਰ ਦੇ ਹਨੇਰੇ ਨੂੰ ਖਤਮ ਕਰ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਸ ਵੇਲੇ ਜਿਹੜਾ ਸੀ, ਸਤਿਗੁਰੂ ਮਹਾਰਾਜ ਜੀ ਨੇ ਨਾਮ ਇਤਿਹਾਸ ਦੇ ਵਿੱਚ ਵੱਖ-ਵੱਖ ਵਿਦਵਾਨਾਂ ਦੇ ਕਥਨ ਹਨ। ਦਰਬਾਰੇ ਮੌਲਾ ਅਖਬਾਰ ਉਸ ਵੇਲੇ ਜਿਹੜੀ ਛਪਦੀ ਹੈ, ਅਖਬਾਰੇ ਦਰਬਾਰੇ ਮੌਲਾ, ਉਹਦੇ ਅਨੁਸਾਰ ਉਹ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਬਾਲਕ ਦਾ ਨਾਮ ਤਿਆਗਮਲ ਰੱਖਿਆ ਹੈ। ਔਰ ਇਹ ਵੀ ਸੱਚ ਹੈ ਕਿ ਸਤਿਗੁਰੂ ਮਹਾਰਾਜ ਵਰਗਾ ਜਿਤਨੇ ਵੀ ਨਾਮ ਵਿਦਵਾਨਾਂ ਨੇ ਕਹੇ, ਉਹ ਹਰ ਇੱਕ ਨਾਮ ਸਤਿਗੁਰੂ ਦੇ ਜੀਵਨ 'ਤੇ ਟੁਕਦਾ ਹੈ। ਸਤਿਗੁਰੂ ਗੁਰੂ ਤਿਆਗ ਬਹਾਦਰ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਤਿਆਗਮਲ ਕਰਕੇ ਕਿਹਾ। ਤਿਆਗ ਦੇ ਅਰਥ ਹਨ ਕਿਸੇ ਚੀਜ਼ ਦੇ ਨਾਲ ਮੋਹ ਨਾ ਹੋਣਾ, ਉਹਨੂੰ ਛੱਡ ਦੇਣਾ। ਪੁਰਾਣੇ ਸਮਿਆਂ ਦੇ ਵਿੱਚ ਲੋਕ ਕੀ ਕਰਦੇ ਸੀ, ਆਪਣੇ ਪਰਿਵਾਰ ਨੂੰ ਛੱਡ ਦੇਣਾ, ਆਪਣਾ ਘਰ-ਬਾਰ ਛੱਡ ਦੇਣਾ, ਆਪਣੇ ਮਹਿਲ ਮਾੜੀਆਂ ਰਾਜ ਨੂੰ ਛੱਡ ਦੇਣਾ, ਪਰ ਆਪ ਜੰਗਲਾਂ ਦੇ ਵਿੱਚ ਚਲੇ ਜਾਣਾ ਤੇ ਉੱਥੇ ਜਾ ਕੇ ਤਪ ਕਰਨਾ। ਪਰ ਐਸਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਸੇ ਦੂਸਰੇ ਦਾ ਧਰਮ ਬਚਾਉਣ ਵਾਸਤੇ ਆਪਣੇ ਸਰੀਰ ਦਾ ਤਿਆਗ ਕਰਦੇ ਹਨ। ਦੂਸਰਾ ਜਿਹੜਾ ਅੰਗਰੇਜ਼ ਵਿਦਵਾਨ ਹੈ ਮੈਕਾਲਫ ਲਿਖਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਨਾਮ ਟੇਕ ਬਹਾਦਰ, ਟੈਂਕੇ ਦੇ ਨਾਲ ਉਹਨਾਂ ਨੇ ਲਿਖਿਆ। ਟੇਕ ਦੇ ਅਰਥ ਹੁੰਦੇ ਨੇ ਭਰੋਸਾ, ਯਕੀਨ, ਆਧਾਰ, ਆਸਰਾ। ਇਹ ਵੀ ਨਾਂ ਜਿਹੜਾ ਸਤਿਗੁਰੂ ਮਹਾਰਾਜ ਜੀ 'ਤੇ ਪੂਰਨ ਤੌਰ 'ਤੇ ਟਿਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆ ਦੇਖੋ, ਸਿੱਖ ਤਾਂ ਚੱਲ ਕੇ ਆਉਂਦੇ ਨੇ ਤੁਹਾਡੇ ਚਰਨਾਂ ਦੇ ਵਿੱਚ, ਆਪ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਹੋ। ਪਰ ਸਤਿਗੁਰੂ ਮਹਾਰਾਜ ਜਦੋਂ ਦੂਸਰੇ ਧਰਮ ਵਾਲੇ ਵੀ ਚੱਲ ਕੇ ਆਪ ਜੀ ਦਾ ਆਸਰਾ ਲੈ ਕਰਕੇ ਆਏ ਤੇ ਬੇਨਤੀ ਕੀਤੀ ਕਿ ਬਾਹ ਸਾਡੀ ਪਕੜੀਏ ਹਰ ਗੋਬਿੰਦ ਕੀ ਨੰਦ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਉਹਨਾਂ ਦੀ ਟੇਕ ਬਣੇ, ਉਹਨਾਂ ਦਾ ਆਸਰਾ ਬਣੇ। ਕਿਉਂਕਿ ਬਾਣੀ ਦੇ ਵਿੱਚ ਫਰਮਾਨ ਹੈ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਗੁਰੂ ਦਾ ਜਿਹੜਾ ਆਸਰਾ ਹੈ ਨਾ ਸਾਧ ਸੰਗਤ ਜੀ, ਇਹ ਆਸਰਾ ਪਹਾੜ ਦੇ ਵਾਂਗ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਕਿ ਹੇ ਮੇਰੇ ਮਾਲਕ, ਹੇ ਸਤਿਗੁਰੂ, ਤੁਸੀਂ ਮੇਰੇ ਵਾਸਤੇ ਸੁਮੇਰ ਪਰਬਤ ਦੇ ਸਮਾਨ ਹੋ, ਤੁਸੀਂ ਪਹਾੜ ਦੇ ਸਮਾਨ ਹੋ। ਮੈਂ ਤੁਹਾਡਾ ਆਸਰਾ ਲੈ ਲਿਆ, ਹੁਣ ਨਾ ਤੁਸੀਂ ਡੋਲਦੇ ਹੋ ਤੇ ਨਾ ਮੈਂ ਡਿੱਗ ਸਕਦਾ ਹਾਂ। ਤੇ ਜਦੋਂ ਆਪ ਜੀ ਨਹੀਂ ਡੋਲੋਗੇ ਤੇ ਮੈਂ ਫਿਰ ਕਿਵੇਂ ਡਿੱਗਾਂਗਾ? ਇਸ ਕਰਕੇ ਮੈਂ ਆਪ ਜੀ ਦਾ ਆਸਰਾ ਲਿਆ। ਮੈਂ ਕਾਲਫ ਕਹਿੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਲਕ ਦਾ ਨਾਮ ਟੇਕ ਬਹਾਦਰ ਰੱਖਿਆ। ਵਿਦਵਾਨ ਕਹਿੰਦੇ ਨੇ, ਬਹੁਤੇ ਵਿਦਵਾਨ ਤਿਆਗਮਲ ਦੇ ਨਾਲ ਸਹਿਮਤ ਹੋਏ ਕਿ ਤਿਆਗਮਲ ਸਤਿਗੁਰੂ ਮਹਾਰਾਜ ਜੀ ਦਾ ਨਾਮ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, 9 ਆਇਨ ਤਰ ਤੋਂ ਭਾਵ ਸੀ ਕਿ ਹੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਸੰਸਾਰ ਦੇ ਵਿੱਚ ਨਵਾਂ ਵਿਧਾਨ ਲਾਗੂ ਕਰਨ ਵਾਸਤੇ ਆਏ ਹੋ। ਆਪ ਜੀ ਸੰਸਾਰ ਦੇ ਵਿੱਚ ਇੱਕ ਨਵਾਂ ਵਿਧਾਨ ਲਾਗੂ ਕਰ ਦੇਵੋਗੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਗੁਰੂ ਤੇਗ ਬਹਾਦਰ ਮਹਾਰਾਜ ਜੋ ਸੰਸਾਰ ਦੇ ਵਿੱਚ ਕਰਕੇ ਗਏ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹਦੇ ਵਰਗਾ ਸੰਸਾਰ ਦੇ ਵਿੱਚ ਕੋਈ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਾਲਕ ਦਾ ਨਾਮ ਰੱਖਣਾ ਕੀਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੀ ਮੁੱਢਲੀ ਸਿੱਖਿਆ ਹੈ, ਅਖਰੀ ਗਿਆਨ ਜਿਹੜਾ ਸੀ, ਵਿੱਦਿਆ ਜਿਹੜੀ ਸੀ, ਉਹ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਆਦ ਬੀੜ ਦੀ ਸੰਪਾਦਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਰਹਿ ਕਰਕੇ ਕੀਤੀ। ਰਾਮਸਰ ਅੰਮ੍ਰਿਤਸਰ ਦੀ ਧਰਤੀ 'ਤੇ ਉਹ ਅਸਥਾਨ ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸੀ, ਉਹਦੀ ਸੰਪਾਦਨਾ ਜਦੋਂ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੋਥੀ ਸਾਹਿਬ ਉਸ ਵੇਲੇ ਕਿਹਾ ਗਿਆ, ਇਹ ਪੋਥੀ ਸਾਹਿਬ ਦੀ ਸੰਪਾਦਨਾ ਜਿਸ ਵੇਲੇ ਕੀਤੀ ਤੇ ਪਹਿਲੇ ਲਿਖਾਰੀ ਜਿਹੜੇ ਸਨ ਉਹ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਦੀ ਸੰਪਾਦਨਾ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਆਪਣੀਆਂ ਵਾਰਾਂ, ਕਵਿਤ ਤੇ ਸਵਈਏ ਰਚੇ ਹਨ।
ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਬਚਨ ਸਨ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਜਿਤਨੀ ਬਾਣੀ ਹੈ ਨਾ, ਇਹ ਬਾਣੀ ਦੇ ਅਰਥਾਂ ਨੂੰ ਖੋਲਦੀ ਹੈ। ਬਾਣੀ ਦੇ ਸ਼ਬਦ ਜਿਹੜੇ ਨੇ, ਜਿਹੜੇ ਬਹੁਤ ਡੂੰਘੇ ਅਰਥ ਰੱਖਦੇ ਨੇ। ਜੇਕਰ ਉਹਨਾਂ ਦੀ ਵਿਆਖਿਆ ਪੜ੍ਹਨੀ ਹੈ ਤੇ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪਵੇਗਾ। ਭਾਈ ਗੁਰਦਾਸ ਸਾਹਿਬ ਜੀ ਨੂੰ ਫਿਰ ਬਾਣੀ ਦੀ ਕੁੰਜੀ ਕਰਕੇ ਕਿਹਾ ਗਿਆ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਅੱਖਰੀ ਵਿਦਿਆ ਜਿਹੜੀ ਸੀ, ਇਹਦੀ ਪ੍ਰਾਪਤੀ ਦੇ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਿਠਾਉਣਾ ਕੀਤਾ। ਦੂਸਰਾ, ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜਣਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਵੀ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਦਿਆ ਪ੍ਰਾਪਤ ਕੀਤੀ। ਤੀਸਰਾ ਸੀ ਸ਼ਸਤਰ ਵਿਦਿਆ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸੁਪੁੱਤਰ ਬਾਲਕ ਤੇਗ ਬਹਾਦਰ ਜੀ ਨੂੰ, ਸਤਿਗੁਰਾਂ ਨੂੰ, ਉਹਨਾਂ ਨੂੰ ਸ਼ਸਤਰ ਵਿਦਿਆ ਜਿਹੜੀ ਸੀ ਦੇਣ ਵਾਸਤੇ ਭਾਈ ਜੇਠੇ ਦੇ ਕੋਲ ਬਿਠਾਉਣਾ ਕੀਤਾ। ਭਾਈ ਜੇਠਾ ਜੀ ਨੇ ਸ਼ਸਤਰ ਵਿਦਿਆ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵਿਦਿਆ ਪੜ੍ਹਾਉਣਾ ਕੀਤੀ। ਔਰ ਭਾਈ ਜੇਠਾ ਜੀ ਉਹ ਸਿੱਖ ਨੇ ਗੁਰੂ ਘਰ ਦੇ ਵਿੱਚ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਅੱਖੀ ਸਾਹਮਣੇ ਸ਼ਹੀਦ ਹੁੰਦਿਆਂ ਤੱਕਿਆ, ਕਿਉਂਕਿ 5 ਸਿੱਖ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਗਏ ਨੇ। ਉਹਨਾਂ ਦੇ ਵਿੱਚ ਭਾਈ ਜੇਠਾ ਜੀ ਵੀ ਨੇ। ਭਾਈ ਜੇਠਾ ਜੀ ਉਹ ਸਿੱਖ ਨੇ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮੇਂ ਦੀ ਹਕੂਮਤ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਸੀ। ਤੇ ਭਾਈ ਜੇਠਾ ਜੀ ਜਿਹੜੇ ਸਨ ਉਹ ਮਹਿਲਾਂ ਦੇ ਵਿੱਚ ਜਾ ਕਰਕੇ ਜਹਾਂਗੀਰ ਨੂੰ ਡਰਾ ਕਰਕੇ ਆਉਂਦੇ ਰਹੇ। ਉਹਦੇ ਤੋਂ ਬਾਅਦ ਵਿੱਚ ਜਿਹੜਾ ਸੀ ਉਹਦੇ ਅੰਦਰ ਭੈ ਇੰਨਾ ਬਣ ਗਿਆ ਤੇ ਉਹਨੇ ਸਤਿਗੁਰੂ ਮਹਾਰਾਜ ਨੂੰ ਰਿਹਾ ਕਰਨ ਦਾ ਨਿਰਣਾ ਕਰ ਲਿਆ। ਭਾਈ ਜੇਠਾ ਜੀ ਤੋਂ ਸ਼ਸਤਰ ਵਿਦਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪ੍ਰਾਪਤ ਕੀਤੀ। ਅਕਸਰ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮਾਤਾ ਮਹਿਲ ਮਾਤਾ ਨਾਨਕੀ ਜਿਹੜੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ, ਉਹਨਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਕਸਰ ਕਹਿਣਾ ਕਿ ਸਤਿਗੁਰੂ ਮਹਾਰਾਜ ਤੁਹਾਡੇ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਸਮੁੱਚਾ ਜਿਹੜਾ ਪ੍ਰਬੰਧ ਹੈ ਗੁਰੂ ਘਰ ਦਾ ਉਹ ਦੇਖਦੇ ਨੇ। ਬਾਬਾ ਸੂਰਜਮਲ ਜਿਹੜੇ ਨੇ ਉਹ ਵੀ ਬਹੁਤ ਸਿਆਣੇ ਨੇ। ਬਾਬਾ ਅਨੀ ਰਾਏ, ਬਾਬਾ ਅਟਲ ਰਾਏ ਜਿਹੜੇ ਨੇ ਉਹ ਵੀ ਆਪ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿ ਆਪ ਬਹੁਤਾ ਪਿਆਰ ਜਿਹੜਾ ਹੈ ਉਹ ਤੇਗ ਬਹਾਦਰ ਜੀ ਨੂੰ ਕਰਦੇ ਹੋ। ਇਹਦੇ ਪਿੱਛੇ ਕਾਰਨ ਕੀ ਹੈ? ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਸੀ, ਕਹਿਣ ਲੱਗੇ ਕਿ ਇਸ ਕੋ ਪੁੱਤਰ ਹੋਏ ਬਲਵੰਡਾ। ਇਹਦਾ ਪੁੱਤਰ ਜਿਹੜਾ ਹੈ, ਇਹਦੇ ਘਰ ਦੇ ਵਿੱਚ ਪੁੱਤਰ ਨੇ ਜਿਸ ਨੇ ਜਨਮ ਲੈਣਾ ਹੈ। ਤੇਗ ਬਹਾਦਰ ਦੇ ਘਰ ਦੇ ਵਿੱਚ ਇੱਕ ਬਹੁਤ ਬਲਸ਼ਾਲੀ ਪੁੱਤਰ ਜਨਮ ਲਏਗਾ, ਤੇਜ ਪ੍ਰਚੰਡ ਤਰੰਡ ਖਲਖੰਡਾ। ਕਹਿੰਦੇ ਉਹਦਾ ਤੇਜ ਜਿਹੜਾ ਹੈ, ਉਹਦਾ ਪ੍ਰਕਾਸ਼ ਉਹਦੇ ਬਰਾਬਰ, ਉਹਦੇ ਸਮਾਨ ਹੋਰ ਕੋਈ ਨਹੀਂ ਹੋਵੇਗਾ। ਇਤਿਹਾਸ ਕਹਿੰਦਾ ਹੈ ਕਿ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਦੀ ਹੀ ਧਰਤੀ ਦੇ ਉੱਤੇ ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਹੋਇਆ, ਇਹਨਾਂ ਦਾ ਪ੍ਰਕਾਸ਼ 1619 ਦੇ ਵਿੱਚ ਹੁੰਦਾ ਹੈ। 2 ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਉਮਰ ਕਰਕੇ ਵੱਡੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਣਾ, ਅਕਸਰ ਬਾਬਾ ਅਟਲ ਰਾਏ ਜਿਹੜੇ ਸਨ ਉਹ ਪੰਘੂੜੇ ਦੇ ਵਿੱਚ ਬੈਠ ਜਾਣਾ ਤੇ ਪੰਘੂੜੇ ਦੇ ਵਿੱਚ ਬੈਠਿਆਂ ਵੀ ਚੌਂਕੜਾ ਮਾਰਿਆ ਹੋਣਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਸੁਨੋ ਮਾਤ ਇਹ ਰੂਪ ਅਪਾਰਾ, ਹੇ ਨਾਨਕੀ ਸੁਨੋ ਇਹ ਅਪਾਰ ਰੂਪ ਵਾਲਾ ਹੈ, ਸਮਾਦ ਅਚਲ ਕੇਰ ਸੁਖ ਧਾਰਾ। ਇਹ ਤਾਂ ਧੁਰ ਤੋਂ ਸਮਾਧੀ ਲਾਉਣ ਵਾਲਾ ਘਰ ਦੇ ਵਿੱਚ ਪ੍ਰਗਟ ਹੋਇਆ ਹੈ। ਛੋਟੇ ਹੁੰਦਿਆਂ ਤੋਂ ਵੀ ਸਮਾਧੀ ਲਾਉਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਹੁਤਾ ਪਿਆਰ ਕਰਨਾ, ਆਪਣੇ ਕੋਲ ਬਿਠਾਉਣਾ। ਸੰਗਤ ਜਦੋਂ ਬਹੁਤ ਬੈਠੀ ਹੋਣੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਂਹ ਤੋਂ ਪਕੜ ਕੇ ਤੇ ਆਪਣੇ ਕੋਲ ਬਿਠਾ ਲੈਣਾ। ਮਾਤਾ ਜੀ ਨੇ ਪੁੱਛਣਾ, ਇਤਨਾ ਪਿਆਰ ਕਿਉਂ? ਕਹਿਣ ਲੱਗੇ ਕਿ ਇਹਨੇ ਜੋ ਸੰਸਾਰ ਤੇ ਕਰਕੇ ਜਾਣਾ ਹੈ, ਸਮਾਂ ਆਵੇਗਾ ਇਹਨੇ ਗੁਰਤਾ ਦਾ ਵਾਰਸ ਵੀ ਬਣਨਾ ਹੈ। ਸਮਾਂ ਆਵੇਗਾ ਇਹਨੇ ਸੰਸਾਰ ਤੇ ਉਹ ਕੁਝ ਕਰਕੇ ਜਾਣਾ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ੁਰੂਆਤ ਦੇ ਵਿੱਚ ਹੀ ਆਪਣੇ ਜੀਵਨ ਦੇ ਵਿੱਚ ਇੰਨੇ ਕੁ ਉਦਾਰ ਚਿੱਤ ਵਾਲੇ ਨੇ ਕਿ ਕਿਸੇ ਵੀ ਲੋੜਵੰਦ ਨੂੰ ਦੇਖਦੇ ਨੇ। ਬਿਲਕੁਲ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿੱਚ ਘਰ ਤੋਂ ਕੁਝ ਵੀ ਵਸਤੂ ਮਿਲਣੀ, ਭਾਂਡਾ ਲੈ ਜਾਣਾ, ਕੋਈ ਕੱਪੜਾ ਲੈ ਜਾਣਾ,
ਧਨ ਲੈ ਜਾਣਾ ਤੇ ਬਾਹਰ ਜਾ ਕੇ ਜਿੱਥੇ ਕੋਈ ਗਰੀਬ ਮਿਲਣਾ ਉੱਥੇ ਜਾ ਕੇ ਉਹਨੂੰ ਦਾਨ ਕਰਕੇ ਆਉਣਾ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਘਰ ਦੇ ਵਿੱਚੋਂ ਕੁਝ ਨਾ ਕੁਝ ਲੈ ਕੇ ਜਾਣਾ ਤੇ ਗਰੀਬ ਕਿਸੇ ਨੂੰ ਦੇਖਣਾ ਤੇ ਉਹਦੇ ਵਾਸਤੇ ਜਿਹੜਾ ਸੀ ਉਹਨੂੰ ਦਾਨ ਕਰਕੇ ਆ ਜਾਣਾ। ਸਭ ਤੋਂ ਵੱਡੀ ਉਦਾਹਰਨ ਉਸ ਵੇਲੇ ਮਿਲਦੀ ਹੈ ਕਿ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਣਾ ਹੈ, ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਰੀਰਕ ਉਮਰ ਜਿਹੜੀ ਹੈ 4 ਸਾਲ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸ ਵੇਲੇ ਸਭ ਤੋਂ ਪਹਿਲਾਂ ਬਾਲਕ ਜਾਣ ਕਰਕੇ ਮਾਤਾ ਨਾਨਕੀ ਜੀ ਨੇ ਬਹੁਤ ਸੋਹਣੀ ਤੇ ਸੁੰਦਰ ਪੋਸ਼ਾਕ ਪਹਿਨਾਉਣਾ ਕੀਤੀ। ਬੜੀ ਸੋਹਣੀ ਦਸਤਾਰ ਪਹਿਨਾਈ, ਉੱਪਰ ਸੋਹਣੀ ਕਲਗੀ ਸਜਾਈ ਹੈ, ਹੱਥਾਂ ਦੇ ਵਿੱਚ ਬਹੁਤ ਸੋਹਣੇ ਤੇ ਕੀਮਤੀ ਕੰਗਣ ਪਾਉਣਾ ਕੀਤੇ ਤੇ ਸਤਿਗੁਰੂ ਮਹਾਰਾਜ ਤਿਆਰ ਹੋ ਕਰਕੇ 4 ਸਾਲ ਦੀ ਉਮਰ ਦੇ ਵਿੱਚ ਹਜੇ ਬਾਕੀ ਸਾਰੇ ਤਿਆਰ ਹੁੰਦੇ ਪਏ ਨੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਉਹ ਖੇਡਦਿਆਂ ਹੋਇਆਂ ਘਰ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਅਸਥਾਨ ਤੋਂ ਬਾਹਰ ਜਿਸ ਵੇਲੇ ਆਏ ਨਾ ਤੇ ਆ ਕਰਕੇ ਦੇਖਿਆ ਕਿ ਬਾਹਰ ਇੱਕ ਬਾਲਕ ਜਿਹੜਾ ਸੀ ਹਮ ਉਮਰ ਸਤਿਗੁਰੂ ਮਹਾਰਾਜ ਜੀ ਦਾ, ਉਹ ਠੰਡ ਦੇ ਵਿੱਚ ਨਾ ਠਰਦਾ ਪਿਆ ਹੈ। ਠੰਡ ਉਹਨੂੰ ਲੱਗਦੀ ਪਈ ਹੈ ਤੇ ਸਰੀਰ ਦੇ ਉੱਤੇ ਉਹਦੇ ਤਨ ਦੇ ਉੱਤੇ ਕੱਪੜਾ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਸਵਾਲ ਕੀਤਾ, ਕਹਿਣ ਲੱਗੇ ਮਿੱਤਰਾ ਦੇਖ ਤੇਰੇ ਤਨ ਦੇ ਉੱਤੇ ਕੱਪੜਾ ਕਿਉਂ ਨਹੀਂ, ਤੈਨੂੰ ਕੀ ਠੰਡ ਨਹੀਂ ਲੱਗਦੀ? ਉਹਨੇ ਉੱਤਰ ਦਿੱਤਾ, ਕਹਿਣ ਲੱਗਾ ਨਹੀਂ ਠੰਡ ਤੇ ਮੈਨੂੰ ਬਹੁਤ ਲੱਗਦੀ ਹੈ, ਪਰ ਅਸੀਂ ਗਰੀਬ ਆ ਨਾ, ਸਾਡੇ ਕੋਲ ਇੰਨੀ ਹੈਸੀਅਤ ਨਹੀਂ ਕਿ ਅਸੀਂ ਤਨ ਨੂੰ ਢੱਕਣ ਦੇ ਵਾਸਤੇ ਕੱਪੜਾ ਲੈ ਸਕੀਏ। ਗੁਰੂ ਤੇਗ ਬਹਾਦਰ ਮਹਾਰਾਜ ਦੇਖੋ ਤਿਆਗ ਦੀ ਕਿੱਡੀ ਵੱਡੀ ਮੂਰਤ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 4 ਸਾਲ ਦੀ ਉਮਰ 'ਚ ਭਰਾ ਦੇ ਵਿਆਹ ਦੇ ਵਾਸਤੇ ਜਿਹੜਾ ਜੋੜਾ ਤਨ ਦੇ ਉੱਤੇ ਪਾਇਆ, ਸਤਿਗੁਰੂ ਮਹਾਰਾਜ ਜੀ ਨੇ ਉਹ ਪੁਸ਼ਾਕ ਕੀਮਤੀ ਜਿਹੜੀ ਪੁਸ਼ਾਕ ਹੈ ਉਹ ਲਾ ਕਰਕੇ ਉਸ ਬਾਲਕ ਨੂੰ ਦੇ ਦਿੱਤੀ। ਹੱਥ ਦੇ ਕੰਗਣ ਜਿਹੜੇ ਸਨ ਉਹ ਵੀ ਲਾ ਕਰਕੇ ਉਸ ਬਾਲਕ ਨੂੰ ਪਹਿਨਾਏ ਤੇ ਸਤਿਗੁਰੂ ਮਹਾਰਾਜ ਨੂੰ ਉਸ ਬਾਲਕ ਨੇ ਧੰਨਵਾਦ ਕੀਤਾ। ਵਾਪਸ ਬਿਲਕੁਲ ਉਸੇ ਬਿਨਾਂ ਕੱਪੜਿਆਂ ਤੋਂ ਜਦੋਂ ਘਰੇ ਆਏ, ਮਾਤਾ ਨਾਨਕੀ ਜੀ ਨੇ ਉਸ ਵੇਲੇ ਸਵਾਲ ਕੀਤਾ ਸੀ, ਕਹਿਣ ਲੱਗੇ ਪੁੱਤਰ ਮੈਂ ਤਾਂ ਤੁਹਾਨੂੰ ਤਿਆਰ ਕਰਕੇ ਭੇਜਿਆ, ਬੜੇ ਸੁੰਦਰ ਪੁਸ਼ਾਕਾਂ ਪਹਿਨਾਇਆ, ਬੜੇ ਸੁੰਦਰ ਕੰਗਣ ਪਹਿਨਾਉਣਾ ਕੀਤੇ ਤੇ ਆ ਕੀ ਹਾਲ ਬਣਾ ਕਰਕੇ ਤੁਸੀਂ ਵਾਪਸ ਆਇਓ। ਉਸ ਵੇਲੇ ਇਤਿਹਾਸ ਕਹਿੰਦਾ ਹੈ ਕਿ ਮਾਤਾ ਨਾਨਕੀ ਜੀ ਨੇ ਕੁਝ ਗੁੱਸਾ ਵੀ ਕੀਤਾ, ਰੁਦਨ ਉਸ ਵੇਲੇ ਗੁੱਸੇ ਦੇ ਵਿੱਚ ਵੀ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣਾ ਕੀਤਾ, ਆ ਦੇਖੋ ਮੈਂ ਬਾਲਕ ਨੂੰ ਤਿਆਰ ਕਰਕੇ ਭੇਜਿਆ, ਪਰ ਇਹ ਬਾਲਕ ਜਿਹੜਾ ਹੈ ਤੇਗ ਬਹਾਦਰ ਆਪਣੇ ਤਨ ਦੇ ਕੱਪੜੇ ਪਤਾ ਨਹੀਂ ਕਿਹਨੂੰ ਦੇ ਕੇ ਆਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਮੈਂ ਤੁਹਾਡੇ ਤੇ ਗਿਲਾ ਕਰਦੀ ਹਾਂ, ਤੁਸੀਂ ਇਹਨੂੰ ਕਹਿੰਦੇ ਕਿਉਂ ਨਹੀਂ ਕੁਝ? ਇਹ ਤਨ ਦੀ ਪੁਸ਼ਾਕ, ਨਵੀਂ ਸਵਾਈ ਪੁਸ਼ਾਕ ਜਿਹੜੀ ਵਿਆਹ ਦੇ ਵਿੱਚ ਬਾਬਾ ਗੁਰਦਿੱਤਾ ਜੀ ਦੇ ਪਾਉਣੀ ਹੈ, ਇਹ ਉਹ ਪਤਾ ਨਹੀਂ ਕਿਹਨੂੰ ਦੇ ਕਰਕੇ ਆਏ ਤੇ ਆਪ ਜੀ ਮੁਸਕਰਾਉਂਦੇ ਪਏ ਹੋ। ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰਥਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਕਹਿਣ ਲੱਗੇ ਇਹ ਆਇਆ ਹੀ ਸੰਸਾਰ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਇਹ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ। ਅੱਜ ਇਹ ਤਨ ਦਾ ਕੱਪੜਾ ਦੇ ਕੇ ਆਇਆ, ਅੱਜ ਤਨ ਦੇ ਉੱਤੇ ਪਹਿਨਿਆ ਹੋਇਆ ਚੋਲਾ ਦਾਨ ਕਰਕੇ ਆਇਆ। ਸੱਚ ਕਰਕੇ ਜਾਣੀ ਨਾਨਕੀ, ਜਿੱਦਣ ਲੋੜ ਪਈ ਇਹਨੇ ਆਪਣੇ ਸਰੀਰ ਨੂੰ ਵੀ ਕਿਸੇ ਦੇ ਉੱਤੋਂ ਵਾਰ ਦੇਣਾ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨ ਸਨ, ਕਹਿਣ ਲੱਗੇ ਕਿ ਦੇਖ ਨਾਨਕੀ ਅੱਜ ਇਹ ਕੇਵਲ ਤਨ ਦਾ ਕੱਪੜਾ ਦਾਨ ਕਰਕੇ ਆਇਆ, ਜਿੱਦਣ ਲੋੜ ਪਈ ਇਹਨੇ ਆਪਣੇ ਸਰੀਰ ਨੂੰ ਕਿਸੇ ਦੂਸਰੇ ਦੇ ਵਾਸਤੇ ਦਾਨ ਕਰ ਦੇਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਤਿਹਾਸ ਕਹਿੰਦਾ ਹੈ ਕਿ 7 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, 9 ਸਾਲ ਦੀ ਉਮਰ ਹੈ ਵੱਡੇ ਭਰਾ ਬਾਬਾ ਅਟਲ ਰਾਏ ਜੀ ਦੀ। ਬਾਹਰ ਖੇਡਦੇ ਪਏ ਨੇ ਬਾਬਾ ਅਟਲ ਰਾਏ ਤੇ ਕਹਿੰਦੇ ਉਸ ਵੇਲੇ ਬਾਬਾ ਅਟਲ ਰਾਏ ਨਾ ਕਿ ਲੁਕਣ ਮਿੱਟੀ ਖੇਡਣੀ ਬਾਲਕਾਂ ਦੇ ਨਾਲ, ਤੇ ਸਾਥੀ ਜਦੋਂ ਸ਼ਾਮ ਨੂੰ ਖੇਡ ਕੇ ਹਟੇ ਤੇ ਖੇਡਦਿਆਂ ਖੇਡਦਿਆਂ ਵਾਰੀ ਮਾਟੀ ਜਿਹੜੀ ਸੀ ਉਹ ਸਾਥੀ ਇੱਕ ਨਾਮ ਜਿੰਦਾ ਸੀ ਮੋਹਨ, ਉਹਦੇ ਸਿਰ ਤੇ ਆ ਗਈ। ਬਾਬਾ ਅਟਲ ਰਾਏ ਜੀ ਹੱਥ ਵਿੱਚ ਇੱਕ ਛੋਟੀ ਜਿਹੀ ਖੁੰਡੀ ਵੀ ਰੱਖਿਆ ਕਰਦੇ ਸੀ। ਉਹਨਾਂ ਨੇ ਮੋਹਨ ਨੂੰ ਕਿਹਾ, ਮੋਹਨ ਕਹਿਣ ਲੱਗੇ ਕਿ ਆਹ ਦੇਖ ਅੱਜ ਵਾਰੀ ਇੱਥੇ ਹਨੇਰਾ ਹੋ ਗਿਆ, ਅੱਜ ਆਪਾਂ ਹੁਣ ਖੇਡਣਾ ਕੋਈ ਨਹੀਂ, ਕੱਲ੍ਹ ਨੂੰ ਆ ਕੇ ਸਮੇਂ ਸਿਰ ਤੂੰ ਇਹ ਮਾਟੀ ਦੇਣੀ ਹੈ, ਵਾਰੀ ਦੇਣੀ ਹੈ। ਉਸ ਵੇਲੇ ਕਹਿੰਦੇ ਨੇ ਉਹ ਬਾਲਕ ਮੋਹਨ ਆਪਣੇ ਘਰੇ ਚਲੇ ਗਿਆ। ਬਾਬਾ ਅਟਲ ਰਾਏ ਜੀ ਵੀ ਆਪਣੇ ਘਰ ਦੇ ਵਿੱਚ ਪਰਤ ਆਏ ਤੇ ਕਹਿੰਦੇ ਨੇ ਕਿ ਜਦੋਂ ਅਗਲੀ ਸਵੇਰ ਹੋਈ ਸਾਰੇ ਬੱਚੇ ਇਕੱਠੇ ਹੋਏ, ਬਾਬਾ ਅਟਲ ਰਾਏ ਜੀ ਵੀ ਆ ਗਏ
ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਜਿੰਦੇ ਸਿਰ ਤੇ ਵਾਟੀ ਸੀ ਉਹ ਕਿਉਂ ਨਹੀਂ ਆਇਆ। ਉਸ ਵੇਲੇ ਸਾਥੀਆਂ ਨੇ ਕਿਹਾ, ਲੱਗਦਾ ਹੈ ਕਿ ਮਾਟੀ ਦੇਣ ਦਾ ਮਾਰਾ ਵਾਪਸ ਨਹੀਂ ਆਇਆ। ਬੱਚਿਆਂ ਨੂੰ ਭੇਜਿਆ, ਕਹਿੰਦੇ ਜਾਓ ਉਸ ਨੂੰ ਬੁਲਾ ਕੇ ਲੈ ਕੇ ਆਓ। ਜਦੋਂ ਬਾਬਾ ਅਟਲ ਰਾਏ ਜੀ ਦੇ ਹੁਕਮ ਦੇ ਨਾਲ ਬਾਲਕ ਮੋਹਨ ਦੇ ਘਰ ਜਾਂਦੇ ਨੇ ਤੇ ਮਾਤਾ ਪਿਤਾ ਰੁਦਨ ਕਰਕੇ ਆਖਦੇ ਨੇ, ਕਹਿਣ ਲੱਗੇ ਕਿ ਇਹਨੂੰ ਰਾਤ ਦਾ ਸੱਪ ਲੜ ਗਿਆ, ਇਹ ਹੁਣ ਪੱਕੀ ਨੀਂਦ ਸੌਂ ਗਿਆ, ਇਹਨੇ ਹੁਣ ਉੱਠਣਾ ਨਹੀਂ। ਬੱਚਿਆਂ ਨੇ ਆ ਕੇ ਕਿਹਾ ਕਿ ਬਾਬਾ ਅਟਲ ਰਾਏ ਜੀ, ਮੋਹਨ ਦੇ ਮਾਤਾ ਪਿਤਾ ਆਖਦੇ ਨੇ ਉਹ ਸੁੱਤਾ ਹੈ ਤੇ ਉਹਨੇ ਉੱਠਣਾ ਨਹੀਂ। ਬਾਬਾ ਅਟਲ ਰਾਏ ਛੜੀ ਫੜ ਕੇ ਉਸ ਮਾਲਕ ਮੋਹਨ ਦੇ ਘਰ ਜਾਂਦੇ ਆ, ਕਹਿੰਦੇ ਉੱਠਣਾ ਕਿਉਂ ਨਹੀਂ, ਅਸੀਂ ਉਠਾਲ ਕੇ ਲੈ ਕੇ ਆਉਨੇ ਆ। ਮਾਤਾ ਪਿਤਾ ਨੂੰ ਕਿਹਾ ਕਿ ਮੋਹਨ ਨੂੰ ਬਾਹਰ ਭੇਜੋ, ਅਸੀਂ ਖੇਡਣਾ। ਤੇ ਉਹਨਾਂ ਨੇ ਕਿਹਾ ਜੀ ਉਹ ਸਾਡੀ ਆਵਾਜ਼ ਨਹੀਂ ਸੁਣੇਗਾ, ਜਿੱਥੇ ਜਾ ਕੇ ਉਹ ਸੌਂ ਗਿਆ ਸਾਡੀ ਆਵਾਜ਼ ਨਾਲ ਉਹਨੇ ਉੱਠਣਾ ਕੋਈ ਨਹੀਂ। ਹਾਂ, ਇਸ ਤਰ੍ਹਾਂ ਜ਼ਰੂਰ ਹੋ ਸਕਦਾ ਹੈ ਕਿ ਆਪ ਜੀ ਉਹਨੂੰ ਆਵਾਜ਼ ਮਾਰੋ ਤੇ ਆਪ ਜੀ ਦੀ ਆਵਾਜ਼ ਦੇ ਨਾਲ ਉਹ ਉੱਠ ਖਲੋਵੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਮੋਹਨ ਦੇ ਕੋਲ ਗਏ, ਛੜੀ ਗਲ ਦੇ ਵਿੱਚ ਪਾਈ ਤੇ ਉਹਨੂੰ ਫੜ ਕੇ ਕਿਹਾ ਕਿ ਉੱਠ ਮੋਹਨ, ਉੱਠਦਾ ਕਿਉਂ ਨਹੀਂ। ਤੇ ਮੋਹਨ ਜਿਹੜਾ ਸੀ ਉਹ ਜਿੰਦਾ ਹੋ ਗਿਆ, ਉਹ ਉੱਠ ਕੇ ਬੈਠਿਆ। ਮਾਤਾ ਪਿਤਾ ਖੁਸ਼ ਹੋਏ ਕਿ ਉਹਨਾਂ ਦਾ ਬਾਲਕ ਜਿਉਂਦਾ ਹੋਇਆ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਦੇ ਕੋਲ ਇਹ ਚਰਚਾ ਹੁੰਦੀ ਲੋਕਾਂ ਦੇ ਵਿੱਚ ਕਿ ਗੁਰੂ ਸਾਹਿਬ ਜੀ ਦਾ ਸਪੁੱਤਰ ਵੀ ਗੁਰੂ ਵਾਂਗੂ ਸ਼ਕਤੀਸ਼ਾਲੀ, ਉਹਨੇ ਮਰਿਆ ਹੋਇਆ ਬਾਲਕ ਜਿੰਦਾ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਇਹ ਸਾਰੀ ਵਾਰਤਾ ਪਹੁੰਚੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਲਕ ਨੂੰ ਸੱਦਣਾ ਕੀਤਾ, ਬਾਬਾ ਅਟਲ ਰਾਏ ਜੀ ਨੂੰ ਬੁਲਾਇਆ। ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਦੇਖ ਬਾਬਾ ਅਟਲ ਰਾਏ ਜੀ, ਕਿ ਉਹ ਮਾਲਕ ਹਰ ਕਿਸੇ ਨੂੰ ਉਹਨੇ ਆਪਣੇ ਵਿਧੀ ਵਿਧਾਨ 'ਚ ਬੰਨਿਆ ਹੈ। ਉਹਨੇ ਮਰਨ ਤੇ ਜੀਵਨ ਆਪਣੇ ਹੱਥ ਵਿੱਚ ਰੱਖਿਆ ਹੈ। ਇਹ ਤਾਂ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਇਹ ਤਾਂ ਇਵੇਂ ਵਿਧਾਨ ਬਣਿਆ ਹੈ ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇੱਥੇ ਸੰਸਾਰ ਦੇ ਵਿੱਚ ਹੁਕਮ ਦੇ ਵਿੱਚ ਕੋਈ ਆਉਂਦਾ ਹੈ ਤੇ ਹੁਕਮ ਦੇ ਵਿੱਚ ਹੀ ਸੰਸਾਰ ਤੋਂ ਚਲੇ ਜਾਂਦਾ ਹੈ। ਆਪ ਜੀ ਰੱਬ ਦੇ ਸ਼ਰੀਕ ਨਾ ਬਣੋ, ਜਾਂ ਤੇ ਤੁਹਾਨੂੰ ਸੰਸਾਰ ਤੋਂ ਜਾਣਾ ਪਏਗਾ, ਨਹੀਂ ਤੇ ਅਸੀਂ ਸੰਸਾਰ ਛੱਡਣ ਨੂੰ ਤਿਆਰ ਹਾਂ। ਬਾਬਾ ਅਟਲ ਰਾਏ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਨਹੀਂ ਪਿਤਾ ਜੀ, ਅਸੀਂ ਸੰਸਾਰ ਤੋਂ ਚਲੇ ਜਾਵਾਂਗੇ। ਜਿਹੜਾ ਹਰਿਮੰਦਰ ਸਾਹਿਬ ਦੇ ਕੋਲ ਅਸਥਾਨ ਦੇਖਦੇ ਹਾਂ ਬਾਬਾ ਅਟਲ ਰਾਏ ਜੀ ਦਾ, ਇਸ ਅਸਥਾਨ 'ਤੇ ਆ ਕਰਕੇ ਬਾਬਾ ਅਟਲ ਰਾਏ ਜੀ ਨੇ ਸਮਾਧੀ ਵਿੱਚ ਬੈਠੇ ਤੇ ਆਪਣੇ ਪ੍ਰਾਣ ਤਿਆਗ ਦਿੱਤੇ। ਸਤਿਗੁਰ ਮਹਾਰਾਜ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 7 ਸਾਲ ਉਮਰ ਹੈ ਤੇ ਬਾਬਾ ਅਟਲ ਰਾਏ ਜੀ ਦੇ ਜਾਣ ਤੋਂ ਬਾਅਦ ਵਿੱਚ ਇਤਿਹਾਸ ਕਹਿੰਦਾ ਹੈ ਕਿ ਸਤਿਗੁਰ ਮਹਾਰਾਜ ਜੀ ਦੇ ਸਾਂਢੂ ਵੀ ਨੇ ਤੇ ਸਿੱਖ ਵੀ ਨੇ, ਭਾਈ ਸਾਈਂ ਦਾਸ, ਉਹ ਵੀ ਅਫਸੋਸ ਦੇ ਵਾਸਤੇ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ। ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰ ਮਹਾਰਾਜ ਆਪ ਜੀ ਦਾ ਬਾਲਕ ਚੜ੍ਹਾਈ ਕਰ ਗਿਆ, ਬੜਾ ਅਫਸੋਸ ਹੈ ਸਤਿਗੁਰ ਮਹਾਰਾਜ। ਸਤਿਗੁਰ ਮਹਾਰਾਜ ਨੇ ਕਿਹਾ ਕਿ ਸਾਈਂ ਜੀ, ਤੁਸੀਂ ਇੱਕ ਲੀਕ ਜ਼ਮੀਨ ਦੇ ਉੱਤੇ ਵਾਓਗੇ। ਸਾਈਂ ਨੇ ਜ਼ਮੀਨ ਦੇ ਉੱਤੇ ਲੀਕ ਵਾਹੁਣਾ ਕੀਤੀ। ਸਾਈਂ ਦਾਸ ਨੂੰ ਕਿਹਾ ਕਿ ਹੁਣ ਲੀਕ ਨੂੰ ਮਟੇ ਦਿਓ। ਸਾਈਂ ਦਾਸ ਨੇ ਲੀਕ ਨੂੰ ਮਟਿਆ। ਸਤਿਗੁਰ ਮਹਾਰਾਜ ਕਹਿੰਦੇ ਨੇ, ਸਾਈਂ ਦਾਸ, ਜਦੋਂ ਲੀਕ ਬਣਾਈ ਸੀ, ਲੀਕ ਨੂੰ ਵਾਇਆ ਸੀ ਤੇ ਉਸ ਵੇਲੇ ਖੁਸ਼ੀ ਹੋਈ। ਕਹਿਣ ਲੱਗਾ, ਨਹੀਂ ਖੁਸ਼ੀ ਕਾਹਦੀ ਮਹਾਰਾਜ, ਤੁਸੀਂ ਹੁਕਮ ਕੀਤਾ ਤੇ ਮੈਂ ਲੀਕ ਵਾਹ ਦਿੱਤੀ। ਮਹਾਰਾਜ ਕਹਿੰਦੇ ਨੇ, ਜਦੋਂ ਲੀਕ ਨੂੰ ਮਟਿਆ ਉਸ ਵੇਲੇ ਕੋਈ ਗਮ ਕੋਈ ਦੁੱਖ ਹੋਇਆ। ਸਾਈਂ ਦਾਸ ਕਹਿੰਦਾ, ਮਹਾਰਾਜ ਨਹੀਂ, ਤੁਹਾਡਾ ਹੁਕਮ ਸੀ, ਤੁਸੀਂ ਹੁਕਮ ਕੀਤਾ ਲੀਕ ਵਾਹ ਦਿੱਤੀ, ਤੁਸੀਂ ਹੁਕਮ ਕੀਤਾ ਲੀਕ ਮੇਟ ਦਿੱਤੀ। ਸਤਿਗੁਰ ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਹੀ ਸਤਿਗੁਰ ਮਹਾਰਾਜ ਕਹਿੰਦੇ ਸੰਸਾਰ ਦਾ ਜੀਵਨ ਕਿ ਇੱਥੇ ਬਾਬਾ ਅਟਲ ਰਾਏ ਜੀ ਇੱਕ ਰੱਬ ਦੀ ਵਾਹੀ ਹੋਈ ਲੀਕ ਆ। ਉਹਨੇ ਆਪ ਹੀ ਪਰਮਾਤਮਾ ਨੇ ਇਹ ਲੀਕਾਂ ਵਾਹੀਆਂ ਤੇ ਉਹ ਆਪ ਹੀ ਮਟੇਣ ਵਾਲਾ। ਫਿਰ ਸਾਨੂੰ ਕਿਸ ਗੱਲ ਦਾ ਦੁੱਖ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੇ ਸਪੁੱਤਰ ਦੇ ਜਾਣ ਕਰਕੇ ਬਿਲਕੁਲ ਅਡੋਲ ਤੇ ਸ਼ਾਂਤ ਚਿੱਤ ਦੇਖਿਆ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਇਤਿਹਾਸ ਕਹਿੰਦਾ ਹੈ ਕਿ ਉਹਨਾਂ ਦੇ ਚਿਹਰੇ 'ਤੇ ਕਦੀ ਵੀ ਗੁੱਸਾ ਨਹੀਂ ਆਇਆ। ਸਤਿਗੁਰ ਮਹਾਰਾਜ ਭਾਵੇਂ ਜੰਗ ਦੇ ਮੈਦਾਨ ਦੇ ਵਿੱਚ ਹੋਵਣ, ਭਾਵੇਂ ਸਤਿਗੁਰ ਮਹਾਰਾਜ ਅਕਾਲ ਤਖਤ 'ਤੇ ਬੈਠੇ ਹੋਵਣ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਬਾਬਾ ਅਟਲ ਰਾਏ ਜੀ ਦੇ ਅਫਸੋਸ ਦੇ ਉੱਤੇ ਬਾਬਾ ਸਾਈਂ ਦਾਸ ਜੀ ਬੇਨਤੀ ਕਰਦੇ ਪਏ ਨੇ,
ਪਰ ਸਤਿਗੁਰ ਮਹਾਰਾਜ ਬਿਲਕੁਲ ਅਡੋਲ ਚਿੱਤ ਹੋ ਕੇ ਬੈਠੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਇਹ ਵੀ ਦਾਤ ਪ੍ਰਾਪਤ ਕੀਤੀ ਕਿ ਜੇ ਦੁੱਖ ਆ ਜਾਵੇ ਤੇ ਅਡੋਲ ਕਿਵੇਂ ਰਹਿਣਾ। ਜਿਵੇਂ ਬਾਣੀ ਦੇ ਬਚਨ ਹਨ ਨਾ ਸਤਿਗੁਰ ਮਹਾਰਾਜ ਜੀ ਦੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ। ਸਤਿਗੁਰ ਮਹਾਰਾਜ ਕਿਰਪਾ ਕਰਨ। ਇਤਿਹਾਸ ਦੀ ਲੜੀ ਨੂੰ ਆਪਾਂ ਅੱਗੇ ਤੋਰਾਂਗੇ। ਇੱਥੋਂ ਤੱਕ ਰਹੀ ਸਮਾਪਤੀ ਹੈ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ।